ਮਾਹੀ ਜੋ ਰਾਏ ਕੱਲੇ ਨੇ ਭੇਜਿਆ, ਉਹ ਰਾਏ ਕੱਲੇ ਅਤੇ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਰਿਹਾ ਹੈ। ਗੰਗੂ ਦੀ ਹਾਲਤ ਦੱਸਣ ਲੱਗਾ ਹੈ। ਜਿਵੇਂ ਕਥਾ ਆ ਰਹੀ ਹੈ, ਪਿਆਰ ਸਤਿਕਾਰ ਨਾਲ ਸੁਣੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ ਸਕਲ ਕੁਟੰਬ ਬਾਂਧ ਕਰ ਆਨਾ। ਗੰਗੂ ਦਾ ਸਾਰਾ ਪਰਿਵਾਰ ਬੰਨ ਕੇ ਲੈ ਆਂਦਾ। ਦਈ ਸਜਾਏ ਮਾਰ ਕਰ ਨਾਨਾ। ਅਤੇ ਮਜੀਦੇ ਨੇ ਅਨੇਕ ਤਰ੍ਹਾਂ ਦੇ ਨਾਲ ਉਹਦੀ ਮਾਰ ਕੁੱਟ ਕਰਕੇ ਅਨੇਕਾਂ ਹੀ ਸਜ਼ਾਵਾਂ ਉਸ ਨੂੰ ਦਿੱਤੀਆਂ। ਇਹ ਥਲ ਤਿਹ ਦੀਨਾਰ ਦਬਾਈ। ਜਿਸ ਜਗ੍ਹਾ 'ਤੇ ਸੋਨੇ ਦੀਆਂ ਅਸ਼ਰਫੀਆਂ ਜੋ ਕਿ ਮਾਤਾ ਜੀ ਤੋਂ ਉਹਨੇ ਚੁਰਾਈਆਂ ਸਨ, ਰਹਿਓ ਖੋਜ ਸੋ ਹਾਥ ਨ ਆਈ। ਵਜੀਦੇ ਹੁਣੇ ਕਹਿਣ ਲੱਗੇ ਸਾਨੂੰ ਉਹ ਮੋਹਰਾਂ ਦੇ ਦੇ, ਪਰ ਉਹ ਤਾਂ ਪਰਮੇਸ਼ਰ ਦੀ ਮਾਇਆ ਸੀਗੀ, ਪਤਾ ਨਹੀਂ ਕਿੱਥੇ ਚਲੀ ਗਈ। ਜਿਸ ਜਗ੍ਹਾ 'ਤੇ ਉਹਨੇ ਦੱਬੀਆਂ ਸਨ ਉਹ ਪੁੱਟ ਪੁੱਟ ਹੰਭ ਗਏ, ਪਰ ਮੋਹਰ ਇੱਕ ਵੀ ਨਾ ਵਿੱਚੋਂ ਲੱਭੀ। ਮਾਰਿੰਦਾ ਤੁਰਕਨ ਤੇ ਮਰਿਓ। ਫਿਰ ਤੁਰਕਾਂ ਪਾਸੋਂ ਮਾਰ ਖਾਂਦਾ ਹੀ ਮਰ ਗਿਆ। ਤਤਕਾਲ ਫਲ ਭੋਗਨ ਕਰਿਓ। ਤੁਰੰਤ ਉਹਨੇ ਆਪਣੀ ਕੀਤੀ ਦਾ ਫਲ ਪ੍ਰਾਪਤ ਕਰ ਲਿਆ। ਤਬ ਸਤਿਗੁਰੂ ਪ੍ਰਿਅੰਕੈ ਥਿਰੇ। ਤਦੋਂ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਗਾ ਸਾਹਿਬ ਦੇ ਉੱਪਰ ਬੈਠੇ ਸਨ। ਦੋਨੋਂ ਚਰਨ ਧਰਾ ਪਰ ਧਰੇ। ਮਹਾਰਾਜ ਸਾਹਿਬ ਨੇ ਆਪ ਦੇ ਦੋਵੇਂ ਚਰਨ ਧਰਤੀ ਉੱਤੇ ਰੱਖੇ ਹੋਏ ਸਨ। ਊਟ ਖਰੋ ਕਾਹੂ ਕੋ ਹੇਰੇ। ਉਥੇ ਉਹਨਾਂ ਨੇ ਕਾਈ ਦੇ ਬੂਟੇ ਖੜੇ ਵੇਖੇ। ਇਸ ਕੀ ਜੜ ਕੋਖਨ ਹੈ ਕਨੇਰੇ। ਪਰ ਉਹਨਾਂ ਦੀ ਜੜ ਨੂੰ ਬਹੁਤ ਡੂੰਘਾ ਪੁੱਟ ਦਿੱਤਾ। ਸਾਖੀ ਸੁਣਦਿਆਂ ਸੁਣਦਿਆਂ ਕਰਦ ਹਾਥ ਮਹਿ ਧਾਰਨ ਕਰੇ। ਆਪਦੇ ਹੱਥ ਵਿੱਚ ਸਤਿਗੁਰੂ ਜੀ ਨੇ ਛੋਟੀ ਕਿਰਪਾਨ ਧਾਰਨ ਕੀਤੀ ਹੋਈ ਸੀ। ਸਗਲ ਪ੍ਰਸੰਗ ਸੁਣਿਓ ਚਿਤ ਧਰੇ। ਤੇ ਮਹਾਰਾਜ ਸਾਹਿਬ ਨੇ ਚਿੱਤ ਦੀ ਬਿਰਤੀ ਨੂੰ ਚੰਗੀ ਤਰ੍ਹਾਂ ਟਿਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਰਾ ਹੀ ਪ੍ਰਸੰਗ ਸਰਵਣ ਕੀਤਾ। ਔਰ ਬੂਝਨਾ ਕੀਨ ਗੁਸਾਈ। ਫਿਰ ਮਾਲਕ ਸਤਿਗੁਰੂ ਜੀ ਨੇ ਪੁੱਛਿਆ, ਜਹਾਂ ਸਭਾ ਤੁਰਕਨ ਸਮੁਦਾਈ। ਕਿ ਜਿੱਥੇ ਸਾਰੇ ਤੁਰਕਾਂ ਦੀ ਸਭਾ ਲੱਗੀ ਹੋਈ ਸੀ, ਬਿਨ ਮਲੇਰੀਅਨ ਅਪਰ ਭੇ ਕੋਈ। ਮਲੇਰ ਕੋਟਲੇ ਵਾਲੇ ਪਠਾਨਾਂ ਤੋਂ ਬਗੈਰ ਹੋਰ ਵੀ ਕੋਈ ਸੀਗਾ। ਵੇਖ ਸਿਸ ਦਇਆ ਰਿਦੇ ਜਿਸ ਹੋਈ। ਜਿਸ ਨੇ ਵੇਖ ਕੇ ਛੋਟੇ ਬੱਚਿਆਂ ਦੇ ਉੱਪਰ ਦਇਆ ਕੀਤੀ ਹੋਵੇ। ਅਬ ਮਾਹੀ ਕਰ ਜੋਰ ਉਚਾਰਾ। ਤਦੋਂ ਮਾਹੀ ਨੇ ਹੱਥ ਜੋੜ ਕੇ ਆਖਿਆ, ਮੈਂ ਆਛੇ ਕੀਨੋ ਨਿਰਧਾਰਾ। ਕਿ ਮੈਂ ਚੰਗੀ ਤਰ੍ਹਾਂ ਨਿਰਣਾ ਕੀਤਾ ਹੈ। ਸ਼ੀਰ ਖੋਰ ਇਨ ਦੋਸ਼ ਨਾ ਲੇਛ। ਮਲੇਰ ਕੋਟਲੇ ਵਾਲੇ ਖਾਨ ਨੇ ਕਿਹਾ ਕਿ ਇਹਨਾਂ ਦੁੱਧ ਪੀਂਦੇ ਬੱਚਿਆਂ ਦਾ ਰਾਈ ਪਰ ਵੀ ਦੋਸ਼ ਨਹੀਂ ਹੈ। ਏਵ ਮਲੇਰੀ ਕਹਿ ਬਿਨ ਦਵੈਛ। ਮਲੇਰ ਕੋਟਲੀਏ ਨਵਾਬਾਂ ਨੇ ਹੀ ਇਹ ਬਚਨ ਬਿਨਾਂ ਕਿਸੇ ਈਰਖਾ ਤੋਂ ਭਰੀ ਹੋਈ ਸਭਾ ਦੇ ਵਿੱਚ ਆਖਿਆ। ਸੁਨ ਕਰ ਸ਼੍ਰੀ ਗੁਰ ਬਾਕ ਬਖਾਨਾ। ਬਾਕੀ ਕਿਸੇ ਹੋਰ ਦੇ ਮਨ ਵਿੱਚ ਕੋਈ ਦਇਆ ਨਹੀਂ ਆਈ। ਇਸ ਤਰ੍ਹਾਂ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਬਚਨ ਕੀਤਾ, ਭਇਓ ਨਾਸ਼ ਅਬ ਸਭ ਤੁਰਕਾਨਾ। ਕਿ ਹੁਣ ਸਾਰੇ ਤੁਰਕਾਂ ਦਾ
ਨਾਸ਼ ਹੋ ਜਾਵੇਗਾ। ਇੱਕ ਮਲੇਰੀਅਨ ਕੀ ਜੜ ਰਹੈ। ਇੱਕ ਕੇਵਲ ਮਲੇਰਕੋਟਲੇ ਨਵਾਬਾਂ ਦੀ ਹੀ ਜੜ ਰਹੇਗੀ। ਅਪਰ ਤੁਰਕ ਸਭ ਹੀ ਜ਼ਬਰਦਹ। ਬਾਕੀ ਹੋਰ ਸਾਰੇ ਤੁਰਕਾਂ ਦੀ ਜੜ ਸੜ ਜਾਵੇਗੀ। ਕਹਿ ਮੁਖ ਤੇ ਕਰਦ ਚਲਾਈ। ਇੰਜ ਮਹਾਰਾਜ ਸਾਹਿਬ ਨੇ ਕਹਿ ਕੇ ਆਪਣੇ ਸੁਭਾਈ ਮਨ ਮੁਖ ਤੋਂ ਕਿਰਪਾਨ ਲਾ ਦਿੱਤੀ। ਆਹੂ ਬੂਟ ਜੜ ਕਾਟ ਗਵਾਈ। ਕਾਈ ਦੇ ਬੂਟੇ ਨੂੰ ਜੋ ਖੋਦ ਰਹੇ ਸਨ ਉਹਦੀ ਜੜ ਕੱਟ ਕੇ ਉਹਨੂੰ ਪੁੱਟ ਕੇ ਬਾਹਰ ਸੁੱਟ ਦਿੱਤਾ। ਜਿਮ ਇਸ ਕੀ ਜੜ ਕਾਟ ਉਖਾਰੀ। ਤੇ ਮਹਾਰਾਜ ਸਾਹਿਬ ਨੇ ਬਚਨ ਕੀਤਾ ਕਿ ਜਿਵੇਂ ਇਸ ਕਾਈ ਦੇ ਬੂਟੇ ਦੀ ਜੜ ਪੁੱਟ ਕੇ ਅਸੀਂ ਸੁੱਟ ਦਿੱਤੀ ਹੈ, ਤਥਾ ਤੁਰਕ ਕੀ ਬਿਨ ਸਹਿ ਸਾਰੀ। ਇਸੇ ਤਰ੍ਹਾਂ ਤੁਰਕਾਂ ਦੀ ਜਿਹੜੀ ਜੜ ਹੈ ਸਭ ਦੀ ਸਭ ਇਸ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਨਾਸ਼ ਹੋ ਜਾਵੇਗੀ। ਇੱਕ ਦਿਨ ਮਹਿ ਹੋਏ ਬਿਨਾਛਾ। ਕਿੰਨੇ ਕੁ ਦਿਨਾਂ ਦੇ ਵਿੱਚ ਇਹਨਾਂ ਦਾ ਨਾਸ਼ ਹੋ ਜਾਵੇਗਾ। ਮਾਵੈ ਜਗ ਦੇਖ ਤਮਾਸ਼ਾ। ਸਾਰਾ ਜਗਤ ਤਮਾਸ਼ਾ ਵੇਖ ਕਰਕੇ ਆਸ਼ਚਰਜ ਹੋਵੇਗਾ ਕਿ ਇੰਜ ਕਿਵੇਂ ਹੋਇਆ ਹੈ। ਜੋ ਸ਼ਰਾਪ ਗੁਰ ਕੁਪੇ ਕਨੇਰੇ। ਤਾਂ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਗੁੱਸੇ ਵਿੱਚ ਆਏ ਅਤੇ ਸ਼ਰਾਪ ਦੇ ਦਿੱਤਾ। ਰਾਜ ਤੇਜ ਕੋ ਮੂਲ ਉਖੇਰੇ। ਕਿ ਤੁਰਕਾਂ ਦੇ ਰਾਜ ਤੇਜ ਨੂੰ ਜੜੋਂ ਆਪਾਂ ਨੇ ਪੁੱਟ ਦਿੱਤਾ ਹੈ। ਔਰ ਸਰਹੰਦ ਮਹਿ ਪਾਪ ਕਨੇਰਾ। ਸਰਹੰਦ ਸ਼ਹਿਰ ਦੇ ਵਿੱਚ ਵੱਡਾ ਪਾਪ ਕੀਤਾ ਇਹਨਾਂ ਤੁਰਕਾਂ ਨੇ। ਉਜਰ ਜਾਹੇ ਲਹਿ ਕਸ਼ਟ ਬਡੇਰਾ। ਇਹ ਨਗਰੀ ਉਜੜ ਜਾਵੇਗੀ ਤੇ ਨਗਰ ਵਾਸੀ ਬਹੁਤ ਵੱਡਾ ਦੁੱਖ ਪਾਉਣਗੇ। ਸਿੱਖ ਹਮਾਰੇ ਮਾਰ ਉਜਾਰ ਹੈ। ਸਾਡੇ ਸਿੱਖ ਇਹ ਸਰਹੰਦ ਨੂੰ ਮਾਰ ਕੇ ਉਜਾੜ ਦੇਣਗੇ। ਇਹ ਗੁਰੂ ਮਾਰੀ ਸਰਹੰਦ ਬਣ ਜਾਵੇਗੀ। ਅੱਜ ਕੱਲ ਜਿੰਨੇ ਵੀ ਜਾਣਾ ਹੋਵੇ ਉਹ ਕੀ ਕਹਿੰਦਾ, ਇਹ ਨਹੀਂ ਕਹਿੰਦੇ ਵੀ ਸਰਹੰਦ ਜਾਣਾ, ਕਹਿੰਦੇ ਫਤਿਹਗੜ੍ਹ ਸਾਹਿਬ ਜਾਣਾ ਹੈ। ਜ਼ਿਲ੍ਹੇ ਦਾ ਨਾਮ ਸਰਹੰਦ ਨਹੀਂ ਹੈ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੀ ਹੈ। ਤੋ ਇਸ ਵਾਸਤੇ ਸੀਨ ਰਾਜ ਧਨ ਵਹਿਰ ਨਿਕਾਰ ਹੈ। ਇਹਨਾਂ ਤੁਰਕਾਂ ਦਾ ਰਾਜ ਭਾਗ ਖੋਹ ਕੇ ਇਹਨਾਂ ਨੂੰ ਬਾਹਰ ਕੱਢ ਦੇਵਾਂਗੇ। ਦੋਹਰਾ ਸੁਨਿਓ ਸ਼ਰਾਪ ਗੁਰ ਤੇ ਜਬੈ। ਜਦ ਗੁਰੂ ਜੀ ਮਹਾਰਾਜ ਦੇ ਪਾਸੋਂ ਇਹ ਸ਼ਰਾਪ ਦੇ ਬਚਨ ਸੁਣੇ ਇਸਮਿਓ ਕੱਲਾ ਰਾਏ। ਤਾਂ ਰਾਏ ਕੱਲਾ ਬੜਾ ਆਸ਼ਚਰਜ ਹੋਇਆ ਹੈ। ਮੈਂ ਸੰਗੀ ਤੁਰਕਾਨ ਕੋ। ਕਿਉਂਕਿ ਇਹ ਵੀ ਮੁਸਲਮਾਨ ਹੈ ਤੇ ਸੋਚਿਆ ਵੀ ਮੈਂ ਵੀ ਤੁਰਕਾਂ ਦਾ ਸੰਗੀ ਹਾਂ। ਤਿਨਹੋ ਸੰਗ ਜੜ ਜਾਏ। ਉਹਨਾਂ ਦੇ ਨਾਲ ਮੇਰੀ ਵੀ ਜੜ ਚਲੀ ਜਾਵੇਗੀ। ਚਉਪਈ ਰਹਿਓ ਸਮੀਪ ਨਹੀਂ ਕਰ ਜੋਰੇ। ਹੱਥ ਜੋੜ ਕੇ ਪਾਸ ਨਹੀਂ ਰਿਹਾ ਹਾਂ ਤੇ ਗੁਰੂ ਜੀ ਪਾਸੋਂ ਆਪਣੇ ਆਪ ਨੂੰ ਬਖਸ਼ਾਇਆ ਵੀ ਨਹੀਂ ਹੈ। ਨਹਿ ਬਖਸ਼ਾਇਓ ਗੁਰੂ ਨਿਹੋਰੇ। ਮੈਂ ਗੁਰੂ ਜੀ ਦੇ ਕੋਲੋਂ ਆਪਣਾ ਆਪ ਬਖਸ਼ਾਇਆ ਵੀ ਨਹੀਂ ਹੈ। ਅਬ ਭੀ ਸਮੋ ਲਿਓ ਬਖਸ਼ਾਏ। ਹੁਣ ਵੀ ਸਮਾਂ ਹੈ ਕਿ ਮੈਂ ਆਪਣੇ ਆਪ ਨੂੰ ਬਖਸ਼ਾ ਲਵਾਂ। ਇਮ ਨਿਸ਼ਚੈ ਮਨ ਮਹਿ ਠਹਿਰਾਏ। ਇੰਜ ਆਪਣੇ ਮਨ ਦੇ ਵਿੱਚ ਨਿਸ਼ਚੈ ਠਹਿਰਾਇਆ। ਉਠਿਓ ਸਭਾ ਤੇ ਜੁਗ ਕਰ ਜੋਰੇ। ਫਿਰ ਰਾਈ ਕੱਲਾ ਸਭਾ ਦੇ ਵਿੱਚੋਂ ਉੱਠ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸ੍ਰੀ ਪ੍ਰਭ ਕਿਰਪਾ ਕਰੋ ਮਮ ਓਰੇ। ਕਿ ਹੇ ਸਤਿਗੁਰੂ ਮਹਾਰਾਜ ਮੇਰੇ ਉੱਪਰ ਆਪ ਕਿਰਪਾ ਕਰੋ। ਦਾਸ ਕਦੀਮੀ ਰਾਵਰ ਕੇਰਾ। ਮੈਂ ਆਪ ਜੀ ਦਾ ਮੁੱਢ ਕਦੀਮੀ ਦਾਸ ਹਾਂ ਜੀ। ਤੁਰਕਨ ਸਨ ਕਿਛ ਹਿਤ ਨਹਿ ਮੇਰਾ। ਤੁਰਕਾਂ ਦੇ ਨਾਲ ਮੇਰਾ ਕਿਸੇ ਪ੍ਰਕਾਰ ਦਾ ਵੀ
भी प्रेम नहीं है। इनके साथ न मोहे मिलाओ, मैनू तुरकां दे नाल ना मिलाओ। अपन श्राप ते प्रथक बचाओ, ते अपने शराब तो वख करके मैनू बचा लवो जी। गुर कह प्रथम के समय, ये सुन के सतगुरु जी ने कहा कि पहले समय अपने आप ਨੂੰ ਬਚਾਉਣ ਲਈ ਤੂੰ ਸਾਨੂੰ ਪਹਿਲਾਂ ਕਹਿਣਾ ਸੀ। अपने हेत कहन थो हमें, ਸੋ ਹੁਣ ਦਾ ਜਿਹੜਾ ਬਚਨ ਹੋਣਾ ਸੀ ਸੋ ਹੋ ਗਿਆ, ਤੂੰ ਪਹਿਲਾਂ ਸਾਨੂੰ ਦੱਸਣਾ ਸੀ। हेत श्राप को लेत बचाए, ਤਾਂ ਅਸੀਂ ਸ਼ਰਾਬ ਦੇ ਕੇ ਤੈਨੂੰ ਬਚਾ ਲੈਂਦੇ। तुरकन गन ते प्रथक बनाए, ਸਾਰੇ ਤੁਰਕਾਂ ਦੇ ਨਾਲੋਂ ਵੱਖ ਤੈਨੂੰ ਬਣਾ ਲੈਂਦੇ। सुनत राय कल्ले तब कहियो, ਇਹ ਸੁਣ ਕੇ ਫਿਰ ਆਈ ਕੱਲੇ ਨੇ ਆਖਿਆ तो कोप मैं नाहिन लहियो, ਕਿ ਇੰਨਾ ਕ੍ਰੋਧ ਮੈਂ ਨਹੀਂ ਸੀ ਜਾਣਿਆ ਪਹਿਲਾਂ। अब भी शरण परे की राखो, ਹੁਣ ਵੀ ਸ਼ਰਨ ਪਏ ਦੀ ਲੱਜਿਆ ਰੱਖ ਲਵੋ ਜੀ। दास जान बख्शन अब लाखो, ਆਪਣਾ ਸੇਵਕ ਜਾਣ ਕੇ ਬਖਸ਼ਣ ਦੀ ਮੇਰੇ ਤੇ ਕਿਰਪਾ ਕਰੋ ਜੀ। मेरे राज तेज रख लीजै, ਮੇਰੇ ਰਾਜ ਦਾ ਤੇਜ ਆਪ ਕਿਰਪਾ ਕਰਕੇ ਰੱਖ ਲਵੋ ਜੀ। हरियो शरण अब करुणा कीजै, ਤੇ ਮਹਾਰਾਜ ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ, ਮੇਰੇ ਤੇ ਕਿਰਪਾ ਕਰੋ। हुन श्री गुर तिह संग बखाना, ਤਾਂ ਸੁਣ ਕੇ ਫਿਰ ਗੁਰੂ ਜੀ ਮਹਾਰਾਜ ਜੀ ਨੇ ਰਾਏ ਕੱਲੇ ਨੂੰ ਆਖਿਆ नित किम सक है जे सच होए जाना, ਕਿ ਜੇ ਸੱਚਾ ਹੋਣਾ ਜਾਣਿਆ ਹੈ ਤਾਂ ਕਿਵੇਂ ਮਿਟ ਸਕੇਗਾ। होनहार तुरकन घर खोवा, ਹੋਣਹਾਰ ਹੋਣੀ ਤੁਰਕਾਂ ਦੇ ਘਰ ਖੋ ਲਵੇਗੀ। नित अपराध करत ही जोवा, ਜੋ ਇਹਨਾਂ ਦੇ ਇਹ ਨਿਤ ਅਪਰਾਧ ਕਰਦੇ ਅਸੀਂ ਵੇਖਦੇ ਹਾਂ। नहीं नगार बंद को रहा, ਇਹਨਾਂ ਦਾ ਕੋਈ ਵੀ ਨਗਾਰਚੀ ਤੱਕ ਵੀ ਨਹੀਂ ਰਹੇਗਾ। तेज छीनता नित प्रत लहै, ਇਹਨਾਂ ਦੇ ਤੇਜ ਦਾ ਖੋਇਆ ਜਾਣਾ ਨਿਤ ਪ੍ਰਤੀ ਵੇਖਦੇ ਹਾਂ। अब 21 कोसन राज, ਹੁਣ 2100 ਕੋਹ ਤੇ ਇਹਨਾਂ ਦਾ ਰਾਜ ਹੈ। चक्रवर्त को सिर पर ताज, ਇਹਨਾਂ ਦੇ ਸਿਰ ਤੇ ਚੱਕਰਵਰਤੀ ਦਾ ਤਾਜ ਸ਼ੋਭ ਰਿਹਾ ਹੈ। पूरे दिन मह इम होए हाना, ਥੋੜੇ ਕੁ ਦਿਨਾਂ ਦੇ ਵਿੱਚ ਇਸ ਪ੍ਰਕਾਰ ਇਹ ਖਤਮ ਹੋ ਜਾਣਗੇ। नीठ नीठ जिन की गुजराना, ਮਸਾਂ ਮਸਾਂ ਜਿਨ੍ਹਾਂ ਦਾ ਗੁਜ਼ਾਰਾ ਹੋਵੇਗਾ। जिन सिरंद मह साहिब जादे, ਜਿਸ ਸਰਹੰਦ ਦੇ ਵਿੱਚ ਸਾਹਿਬਜ਼ਾਦੇ करी अवज्ञा तुरकन बादे, ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੀ ਇਹ ਅਵਗਿਆ ਇਹਨਾਂ ਤੁਰਕਾਂ ਨੇ ਬਹੁਤ ਭਾਰੀ ਬੇਅਦਬੀ ਕੀਤੀ ਹੈ। ਵੱਡੀ ਬਸ ਹੈ ਕੋਸ਼ਨ ਲੱਗ ਜੋਈ, ਇਹ ਹੰਕਾਰੀ ਹਨ ਜਿਹੜੇ ਵੇਖ ਰਹੇ ਨੇ ਕਿ ਸਾਡੀ ਇਹ ਬੜੀ ਕੋਹਾਂ ਤੱਕ ਇਹ ਰਾਜਧਾਨੀ ਵਸ ਰਹੀ ਹੈ। ਗਨੀ ਗਨੀ ਮਹਿਲਾਇਤ ਹੋਈ, ਜਿਸ ਵਿੱਚ ਰਹਿਣ ਵਾਲੇ ਲੋਕ ਬਹੁਤ ਧਨਾੜ ਨੇ ਤੇ ਜਿਸ ਨਗਰ ਵਿੱਚ ਵੱਡੇ ਵੱਡੇ ਮਹਿਲ ਮਾੜੀਆਂ ਹਨ। ਸਗਲ ਸਦਨ ਕੀ ਜਰਾ ਉਖਰ ਹੈ, ਸਾਰੇ ਘਰਾਂ ਦੀਆਂ ਜਿਹੜਾ ਉਖੜ ਜਾਣਗੀਆਂ। ਖੇਤੀ ਵਾਹਨ ਬੋਵਨ ਕਰ ਹੈ, ਖੇਤੀ ਵਾਹ ਕੇ ਜਿਹੜਾ ਅਨਾਜ ਬੀਜਦੇ ਹਨ। ਆਸ ਫਲ ਪ੍ਰਾਪਤ ਪਾਪਨ ਕੇਰਾ, ਉਹਨਾਂ ਪਾਪਾਂ ਦਾ ਐਸਾ ਫਲ ਇਹਨਾਂ ਨੂੰ ਪ੍ਰਾਪਤ ਹੋਵੇਗਾ। ਰਾਜ ਕੋ ਹੋਏ ਨਿਬੇਰਾ, ਤੇ ਤੁਰਕ ਰਾਜ ਦਾ ਨਬੇੜਾ ਹੋ ਜਾਵੇਗਾ। ਕੋਈ ਵਾਰ ਕਹਿ ਕੱਲੂ ਰਾਊ, ਕੱਲਾ ਰਾਏ ਦੋ ਵਾਰ ਕਹਿ ਕੇ ਭਇਓ ਲਾਚਾਰ ਮਹਾ ਪਛਤਾਊ, ਬਹੁਤ ਲਾਚਾਰ ਹੋ ਕੇ
ਪਛਤਾਤਾਪ ਕਰਨ ਲੱਗ ਪਿਆ। ਅਬ ਰਿਸ ਮਹਿ ਬਖਸ਼ਤ ਕਿਮ ਨਾਹੀ। ਸੋਚਿਆ ਕਿ ਗੁਰੂ ਸਾਹਿਬ ਹੁਣ ਗੁੱਸੇ ਵਿੱਚ ਹਨ ਤੇ ਹੁਣ ਬਖਸ਼ ਨਹੀਂ ਰਹੇ। ਸੰਗ ਚੱਲੋਂ ਬੈਠਤ ਨਿਤ ਪਾਹੀ। ਮੈਂ ਇਹਨਾਂ ਦੇ ਨਾਲ ਚੱਲਾਂ ਤੇ ਨਿਤਾ ਪ੍ਰਤੀ ਇਹਨਾਂ ਦੇ ਕੋਲ ਬੈਠਾ। ਹੋਏ ਪ੍ਰਸੰਨ ਕਿਸ ਬਿਦ ਤੇ ਜਬੈ। ਕਿਸੇ ਤਰੀਕੇ ਦੇ ਨਾਲ ਇਹ ਜਦ ਪ੍ਰਸੰਨ ਹੋਣ। ਮਹਾਂਪੁਰਖ ਬਖਸ਼ਾਂਗੇ ਤਬੈ। ਇਹ ਮਹਾਂਪੁਰਖ ਨੇ ਖੁਸ਼ੀ ਵਿੱਚ ਆਣਗੇ ਤਾਂ ਮੈਨੂੰ ਜ਼ਰੂਰ ਬਖਸ਼ ਲੈਣਗੇ। ਲੋਕਨ ਸੰਗ ਊਚ ਉਚਾਰਾ। ਆਪਣੇ ਲੋਕਾਂ ਦੇ ਨਾਲ ਬੜੀ ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗਾ ਹੋ ਸਦਨ ਕਰੋ ਸਭ ਤਿਆਰਾ। ਕਿ ਆਪਣੇ ਘਰਾਂ ਵਿੱਚ ਚੱਲੋ ਤੇ ਸਭ ਪ੍ਰਕਾਰ ਦੀ ਤਿਆਰੀ ਕਰੋ। ਮਾਲਿਕ ਤ੍ਰਿਮਤ ਸਭ ਲੈ ਆਓ। ਆਪਣੇ ਬੱਚੇ ਆਪਣੀਆਂ ਘਰ ਵਾਲੀਆਂ ਸਭ ਨਾਲ ਲੈ ਆਵੋ। ਰੱਖ ਹੈ ਸੰਗ ਜਹਾਂ ਕਹਿ ਜਾਓ। ਤਾਂ ਕਿ ਗੁਰੂ ਸਾਹਿਬ ਜਿੱਥੇ ਕਿੱਥੇ ਵੀ ਜਾਣ ਅਸੀਂ ਇਹਨਾਂ ਦੇ ਨਾਲ ਨਾਲ ਹੀ ਆਪਦਾ ਡੇਰਾ ਰੱਖੀਏ। ਨਾਹਿ ਤਾ ਕੋ ਗਨੀਮ ਚੜ ਆਵੇ। ਨਹੀਂ ਤਾਂ ਕੋਈ ਲੁਟੇਰਾ ਕੋਈ ਡਾਕੂ ਚੜ ਕੇ ਆ ਜਾਵੇਗਾ। ਨਹਿ ਦੇਸ਼ ਮਹਾ ਬਲ ਪਾਵੇ। ਤੇ ਸਾਰਾ ਦੇਸ਼ ਖੋ ਕੇ ਮਹਾ ਬਲ ਪ੍ਰਾਪਤ ਕਰ ਲਵੇਗਾ। ਸਭ ਔਰਤ ਕੀ ਬੇਨੀ ਗਹਿ ਗਹਿ। ਸਾਰੀਆਂ ਸਾਡੀਆਂ ਔਰਤਾਂ ਦੀਆਂ ਗੁੱਤਾਂ ਫੜ ਫੜ ਕੇ ਨਿਕਾਰ ਹੈ ਦੁਰਬਚ ਕਹਿ ਕਹਿ। ਦੁਰਬਚਨ ਕਹਿ ਕਹਿ ਕੇ ਬਾਹਰ ਕੱਢ ਦੇਣਗੇ। ਸ੍ਰੀ ਸਤਿਗੁਰ ਕੇ ਸੰਗ ਰਹੀਜੈ। ਸਤਿਗੁਰੂ ਜੀ ਮਹਾਰਾਜ ਦੇ ਨਾਲ ਰਹਿਣਾ ਕਰੋ। ਥਿਰਹੁ ਗਮਨੈ ਗਮ ਨੀਜੈ। ਜਿੱਥੇ ਬੈਠਣ ਉਥੇ ਬੈਠ ਜਾਓ, ਜਿੱਥੇ ਚੱਲਣ ਉਥੇ ਨਾਲ ਚੱਲੋ। ਬਖਸ਼ਹਿਗੇ ਕਰੁਣਾ ਧਾਰ। ਕਿਰਪਾ ਕਰਕੇ ਜਿੱਥੇ ਸਾਨੂੰ ਬਖਸ਼ਣਗੇ ਤਹ ਤੇ ਹਟੋ ਬਨਾਵੋ ਬਸਾਵੋ ਨਾਰ। ਉਥੋਂ ਫਿਰ ਤੁਸੀਂ ਵਾਪਸ ਮੁੜ ਆਇਓ ਤੇ ਆਪਦੀਆਂ ਘਰ ਵਾਲੀਆਂ ਆਪਦੇ ਘਰ ਵਿੱਚ ਵਸਾਇਓ। ਆਸ ਕਹਿਬੋ ਸੁਨ ਕਰ ਗੁਰ ਕਾਨ। ਐਸਾ ਜਦ ਉਹਨੇ ਕਿਹਾ ਤਾਂ ਗੁਰੂ ਸਾਹਿਬ ਨੇ ਆਪਣੇ ਕੰਨਾਂ ਦੇ ਵਿੱਚ ਸੁਣਿਆ। ਹਮਰੇ ਬਚਨ ਪ੍ਰਤੀਤ ਮਹਾਨ। ਮਹਾਰਾਜ ਨੇ ਵੇਖਿਆ ਕਿ ਰਾਏ ਇਕੱਲੇ ਨੂੰ ਸਾਡੇ ਬਚਨਾਂ ਤੇ ਬਹੁਤ ਭਾਰੀ ਭਰੋਸਾ ਹੈ। ਦਇਆ ਸਿੰਧ ਤਬ ਦਇਆ ਢਰੇ ਹੈ। ਦਇਆ ਦੇ ਸਮੁੰਦਰ ਦਇਆ ਦੇ ਘਰ ਦੇ ਵਿੱਚ ਆ ਗਏ। ਨਿਤ ਬਖਸ਼ਨ ਕੇ ਬਚਨ ਕਰੇ ਹੈ। ਔਰ ਮਹਾਰਾਜ ਨੇ ਬਖਸ਼ਣ ਵਾਸਤੇ ਬਚਨ ਕੀਤੇ। ਜ਼ੋਰਾਵਾਰੀ ਕਰਤ ਹੈ ਰਾਏ। ਹੇ ਰਾਏ ਕੱਲਾ ਤੂੰ ਬੜਾ ਜ਼ੋਰਾਵਰ ਹੈ, ਸਾਡੇ ਨਾਲ ਜ਼ੋਰਾਵਰੀ ਕਰ ਰਿਹਾ ਹੈ। ਬਦੋ ਬਦੀ ਸਾਡਾ ਬਚਨ ਤੂੰ ਮੋੜਨਾ ਚਾਹੁੰਦਾ ਹੈ। ਜੜ ਆਪਣੀ ਰਾਖਣ ਕੇ ਦਾਏ। ਤੂੰ ਆਪਣੀ ਜੜ ਰੱਖਣ ਦੇ ਦਾਅ ਦੇ ਵਿੱਚ ਹੈ। ਆਸ ਤਰਨ ਕੇ ਤਰ ਤਰਵਾਰ। ਤਾਂ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਵਿੱਚ ਇੱਕ ਤਲਵਾਰ ਸੀਗੀ। ਤੇ ਸ਼੍ਰੀ ਪ੍ਰਭ ਲਈ ਨਿਕਾਰ। ਉਹਨਾਂ ਸ਼ਸਤਰਾਂ ਦੇ ਵਿੱਚੋਂ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈ। ਨਿਜ ਕਰਮ ਹੈ ਧਰ ਬਾਕ ਬਖਾਨਾ। ਔਰ ਆਪਣੇ ਕਰ ਕਮਲਾਂ ਦੇ ਵਿੱਚ ਪਕੜ ਕੇ ਮਹਾਰਾਜ ਨੇ ਬਚਨ ਕੀਤਾ। ਮੁਝ ਕੋ ਬਖਸ਼ ਹੈ ਚਾਰ ਕਿਰਪਾਨਾ। ਹੇ ਭਾਈ ਰਾਏ ਕੱਲਾ ਅਸੀਂ ਤੈਨੂੰ ਇਹ ਸੁੰਦਰ ਕਿਰਪਾਨ ਬਖਸ਼ਦੇ ਹਾਂ। ਜਬ ਲਗ ਰੱਖੋ ਅਦਬ ਇਸ ਕੇਰਾ। ਜਦੋਂ ਤੱਕ ਇਸ ਕਿਰਪਾਨ ਦਾ ਤੁਸੀਂ ਸਤਿਕਾਰ ਰੱਖੋਗੇ ਰਹਿ ਬੰਸ ਹੋਏ ਰਾਜ ਬਡੇਰਾ। ਤਦ ਤੱਕ ਤੁਹਾਡੀ ਵੰਸ਼ ਰਹੇਗੀ, ਵੰਸ਼ ਦੇ ਵਿੱਚ ਰਾਜ ਰਹੇਗਾ। ਨਹਿ ਪੂਜੋ
ਸਨਮਾਨਹੁ ਨਾਹੀ। ਪਰ ਜਦ ਤੁਸੀਂ ਇਸ ਕਿਰਪਾਨ ਦੀ ਪੂਜਾ ਨਹੀਂ ਕਰੋਗੇ, ਇਹਦਾ ਸਤਿਕਾਰ ਨਹੀਂ ਕਰੋਗੇ, ਕਿਦੋਂ ਪਾਏ ਲੈ ਗੋ ਕੋ ਗਰ ਮਾਹੀ। ਜਾਂ ਕੋਈ ਤੁਹਾਡੀ ਕੋਲ ਵਾਲਾ ਸਿਰ ਫਿਰਿਆ ਇਸ ਨੂੰ ਆਪਦੇ ਗਲ ਵਿੱਚ ਪਾ ਲਵੇਗਾ। ਬੰਸ ਰਾਜ ਤਿਸ ਦਿਨ ਤੇ ਸ਼ੀਨ। ਤਿਸ ਦਿਨ ਤੋਂ ਤੁਹਾਡੀ ਬੰਸ ਦੇ ਵਿੱਚੋਂ ਅਸੀਂ ਰਾਜ ਭਾਗ ਖੋਹ ਲਵਾਂਗੇ। ਕਛ ਨਹਿ ਰਹਿ ਸਾਚ ਲਿਹੋ ਚੀਨ। ਇਹ ਗੱਲ ਤੂੰ ਸੱਚੀ ਜਾਣ ਲੈ ਕਿ ਕੱਖ ਵੀ ਤੁਹਾਡੇ ਕੁਲ ਦੇ ਵਿੱਚ ਨਹੀਂ ਰਹੇਗਾ। ਸੁਨ ਕਰ ਦੋਨੋਂ ਹੱਥ ਪਸਾਰੈ। ਇਹ ਸੁਣ ਕੇ ਰਾਈ ਕੱਲੇ ਨੇ ਦੋਨੇ ਹੱਥ ਪਸਾਰੇ। ਜਿਸ ਤਰ੍ਹਾਂ ਪ੍ਰਸ਼ਾਦ ਲਈਦਾ ਇਸ ਤਰ੍ਹਾਂ ਬੋ ਕੱਢਿਆ। ਸਤਿਗੁਰ ਕੇ ਹੋਏ ਨਿਕਟ ਅਗਾਰੇ। ਔਰ ਸਤਿਗੁਰੂ ਜੀ ਦੇ ਨੇੜੇ ਅੱਗੇ ਕਰ ਦਿੱਤੇ। ਜੀਜਹਿ ਸਤਿਗੁਰ ਪੂਜਹਿ ਸਦਾ। ਕਹਿਣ ਲੱਗਾ, ਹੇ ਸਤਿਗੁਰੂ ਜੀ ਦੇਵੋ, ਇਹ ਕਿਰਪਾਨ ਮੈਂ ਸਦਾ ਹਮੇਸ਼ਾ ਹੀ ਇਸ ਦੀ ਪੂਜਾ ਕਰਾਂ ਅਤੇ ਕਰਾਵਾਂਗਾ। ਨਹੀਂ ਅਵਗਿਆ ਕਰ ਹਉ ਕਦਾ। ਔਰ ਮੈਂ ਕਦੀ ਵੀ ਇਸ ਦੀ ਅਵਗਿਆ, ਇਸ ਦੀ ਬੇਅਦਬੀ ਨਹੀਂ ਕਰਾਂਗਾ। ਹਿਰਦੈ ਪ੍ਰਸੰਨ ਰਾਜ ਬਹੁ ਹੋਵਾ। ਰਾਈ ਕੱਲਾ ਹਿਰਦੇ ਵਿੱਚ ਬਹੁਤ ਭਾਰੀ ਪ੍ਰਸੰਨ ਹੋਇਆ। ਸੁੰਦਰ ਖੜਗ ਬੇਕੀਮਤ ਜੋਵਾ। ਜਦ ਉਸਨੇ ਬਹੁਤ ਕੀਮਤੀ ਸੁੰਦਰ ਤਲਵਾਰ ਨੂੰ ਦੇਖਿਆ। ਰਾਜ ਤੇਜ ਅਰ ਬੰਸ ਉਦਾਰਾ। ਇਹ ਕਿਰਪਾਨ ਉਹਨੇ ਸਮਝਿਆ ਤੇ ਵੇਖ ਕੇ ਬੋਲਿਆ ਕਿ ਕਿਰਪਾਨ ਸਾਡੇ ਰਾਜ ਤੇਜ ਦੀ ਰੱਖਿਅਕ ਹੋ ਕੇ ਆਈ ਹੈ। ਆਇਓ ਰਾਖਨ ਹਾਰ ਹਮਾਰਾ। ਇਹ ਸਾਡੀ ਰੱਖਿਆ ਕਰਨ ਵਾਸਤੇ ਆਈ ਹੈ। ਗੁਰ ਕਦਮ ਪਦਮ ਸਮ ਹੇਰੇ। ਫਿਰ ਗੁਰੂ ਜੀ ਦੇ ਚਰਨ ਕਮਲਾਂ ਨੂੰ ਨੇ ਵੇਖਿਆ। ਬਾਰ ਬਾਰ ਬੰਦਹਿ ਤਿਸ ਬੇਰੇ। ਹਰ ਉਸ ਮੌਕੇ ਬਾਰ ਬਾਰ ਬੰਦਨਾ ਕੀਤੀ। ਹੱਥ ਜੋਰ ਕਰ ਖਰੋ ਅਗਾਰੀ। ਅਤੇ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ। ਜੋ ਆਗਿਆ ਹੋਏ ਸੇਵ ਤੁਮਾਰੀ। ਬੇਨਤੀ ਕੀਤੀ ਕਿ ਆਗਿਆ ਦੇਵੋ, ਤੁਹਾਡੀ ਸੇਵਾ ਕਰੀਏ। ਸ੍ਰੀ ਗੁਰ ਕਹਿਓ ਗਮਨ ਹਮ ਚਾਹੈ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਹੁਣ ਜਾਣਾ ਚਾਹੁੰਦੇ ਹਾਂ। ਤੁਮ ਵੀ ਜਾਹੋ ਆਪਨ ਘਰ ਮਾਹੈ। ਤੇ ਤੁਸੀਂ ਵੀ ਹੁਣ ਆਪਣੇ ਘਰ ਦੇ ਵਿੱਚ ਚਲੇ ਜਾਵੋ। ਜੰਗਲ ਦੇਸ਼ ਹਮਾਰੇ ਸਿੱਖ। ਮਾਲਵੇ ਦੇਸ਼ ਵਿੱਚ ਸਾਡੇ ਬਹੁਤ ਜ਼ਿਆਦਾ ਸਿੱਖ ਰਹਿੰਦੇ ਹਨ। ਤਹਾਂ ਬਿਤਾਵਹਿ ਸਮਾਂ ਭਵਿੱਖ। ਭਵਿੱਖ ਦਾ ਸਮਾਂ ਅਸੀਂ ਉਸ ਮਾਲਵੇ ਦੇਸ਼ ਵਿੱਚ ਬਤੀਤ ਕਰਾਂਗੇ। ਅਬ ਸੇਵਾ ਕੀ ਚਾਹ ਨਾ ਕੋਈ। ਹੁਣ ਸਾਨੂੰ ਸੇਵਾ ਦੀ ਕੋਈ ਵੀ ਚਾਹਨਾ ਨਹੀਂ ਹੈ। ਜਿਸ ਹਿਤ ਕਹੈ ਤੋਹੇ ਕੋ ਸੋਈ। ਜਿਸ ਵਾਸਤੇ ਅਸੀਂ ਤੈਨੂੰ ਕਹਿਣਾ ਕਰੀਏ। ਮਹਾਰਾਜ ਦਾ ਮਨ ਜਿਹੜਾ ਸੀਗਾ ਉਹ ਹੀ ਚੁੱਕਿਆ ਜਿਹਾ ਗਿਆ, ਉਹ ਚਾਟ ਜਿਹਾ ਹੋ ਗਿਆ। ਕਹਿਣ ਲੱਗੇ ਮੈਨੂੰ ਕੋਈ ਸੇਵਾ ਸੁਵਾ ਦੀ ਲੋੜ ਨਹੀਂ, ਤੂੰ ਆਪਦੇ ਘਰ ਰਾਜੀ ਰਹੋ। ਤੇ ਮੁਸਲਮਾਨ ਮਨੋਂ ਹੀ ਲੱਥ ਗਏ। ਇਹ ਨਹੀਂ ਵੀ ਕਿਸੇ ਜਾਤ ਨਾਲ, ਉਹ ਹੀ ਪਤਾ ਨਹੀਂ ਮਹਾਰਾਜ ਦੇ ਮਨ 'ਚ ਕੀ ਆਇਆ। ਕਹਿੰਦੇ ਵੀ ਤੂੰ ਨਿਮਰਤਾ ਜਨਾਈ ਆ ਕਿਰਪਾਨ ਲੈ ਜਾ ਤੇ ਇਹਦੀ ਪੂਜਾ ਸਤਿਕਾਰ ਕਰਿਆ ਕਰੀ। ਗੁਰੂ ਨਾਨਕ ਸਾਹਿਬ ਰੱਖਿਆ ਕਰਨਗੇ ਤੇ ਹੁਣ ਸਾਨੂੰ ਸੇਵਾ ਦੀ ਲੋੜ ਨਹੀਂ, ਆਪਾਂ ਅੱਗੇ ਨੂੰ ਜਾਣਾ ਹੈ। ਇਮ ਕਹੈ ਪਲੰਗ ਤਬੈ ਉਠਵਾਇਓ। ਇਸ ਤਰ੍ਹਾਂ ਕਹਿ ਕੇ ਗੁਰੂ ਮਹਾਰਾਜ ਨੇ ਆਪਣਾ ਪਲੰਗਾ ਸਾਹਿਬ ਚੁਕਵਾਇਆ। ਰਾਏ ਚਮੂ ਜੁਤ ਸੀਸ ਨਿਵਾਇਓ। ਰਾਏ ਕੱਲੇ ਨੇ ਸੈਨਾ ਸੇਤ ਗੁਰੂ ਮਹਾਰਾਜ ਜੀ ਨੂੰ ਸੀਸ ਨਿਵਾਇਆ। ਜੰਗਲ ਦਿਸ਼ਾ ਬਦਨ ਕਰ ਚੱਲੇ। ਮਾਲਵੇ ਇਲਾਕੇ ਵੱਲ ਮੁੱਖ ਕਰਕੇ ਗੁਰੂ ਮਹਾਰਾਜ ਸਾਹਿਬ ਚੱਲ ਪਏ। ਉਠਾ ਫਿਰੈ ਸੀਸ ਪਰ ਭਲੇ। ਸੋ ਸਿਰ ਦੇ ਉੱਪਰ ਬੜੀ ਸੁੰਦਰ ਤਰੀਕੇ ਦਾ ਚੌਰ ਸਾਹਿਬ ਝੁੱਲ ਰਿਹਾ ਹੈ। ਗ੍ਰਾਮ ਏਕ ਪੁਨ ਪਹੁੰਚੇ ਜਾਏ। ਫਿਰ ਇੱਕ ਪਿੰਡ
ਦੇ ਵਿੱਚ ਜਾ ਪੁੰਜ। ਬੱਦਰੀ ਤਰ ਤਰ ਪਲੰਗ ਟਿਕਾਏ। ਔਰ ਉੱਥੇ ਜਾ ਕੇ ਇੱਕ ਬੇਰੀ ਦੇ ਬੂਟੇ ਹੇਠ ਪਲੰਗਾ ਸਾਹਿਬ ਡੁਹਾਇਆ ਹੈ। ਸੁਚੇਤਾ ਥਿਰ ਕੁਛ ਭਏ। ਉੱਥੇ ਕੁਝ ਦੇਰ ਠਹਿਰ ਕੇ ਮਹਾਰਾਜ ਸਾਹਿਬ ਨੇ ਆਰਾਮ ਕੀਤਾ। ਅੱਗੇ ਚੱਲ ਬੋ ਕਏ। ਸਰੀਰ ਕਿਰਿਆ ਅਦਾ ਕੀਤੀ ਤੇ ਫਿਰ ਉਥੋਂ ਉਹਨੂੰ ਅੱਗੇ ਚੱਲ ਪਏ। ਸਨੇ ਸਨੇ ਮਾਰਗ ਉਲਗੰਤੇ। ਹੌਲੀ ਹੌਲੀ ਰਸਤਾ ਤੈਅ ਕਰਦੇ ਚੱਲੇ ਗਏ। ਜੰਗਲ ਦੇਸ਼ ਆਏ ਨਿਰੰਤੇ। ਫਿਰ ਮਾਲਵੇ ਦੇਸ਼ ਦੇ ਬਹੁਤ ਨੇੜੇ ਆ ਗਏ। ਇੱਕ ਨਿਸ਼ਾ ਬਸ ਗਏ ਅਗਾਰੀ। ਇੱਕ ਰਾਤ ਰਹਿ ਕਰਕੇ ਉਥੋਂ ਨੂੰ ਅੱਗੇ ਚੱਲ ਪਏ। ਹਾਜੀ ਵੇਖ ਪਲੰਗ ਅਸਵਾਰੀ। ਹਾਜ਼ੀਆਂ ਵਾਲਾ ਮਹਾਰਾਜ ਨੇ ਲਿਬਾਸ ਬਣਾਇਆ ਹੋਇਆ ਹੈ। ਕੇਸਾਂ ਨੂੰ ਪਿੱਛੇ ਸੁੱਟਿਆ ਹੋਇਆ ਹੈ ਤੇ ਨੀਲ ਬਸਤਰ ਧਰੇ ਬਨਵਾਰੀ। ਨੀਲੇ ਬਸਤਰ ਜੋ ਮੱਕੇ ਦਾ ਹਜ ਕਰਨ ਵਾਲੇ ਹਾਜੀਆਂ ਨੇ ਪਾਏ ਹੁੰਦੇ, ਇਸ ਤਰ੍ਹਾਂ ਦੇ ਧਾਰਨ ਕੀਤੇ ਹੋਏ ਹਨ। ਸਨਮੁਖ ਸਿੰਘ ਮਿਲਿਓ ਇੱਕ ਆਏ। ਇੱਕ ਸਿੰਘ ਸਾਹਮਣਿਓਂ ਆ ਕੇ ਮਹਾਰਾਜ ਸਾਹਿਬ ਨੂੰ ਮਿਲਿਆ। ਸ੍ਰੀ ਗੁਰ ਦੇਖੇ ਸੀਸ ਨਿਵਾਏ। ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਉਹਨੇ ਮੱਥਾ ਟੇਕਿਆ। ਹਰਿਓ ਜੀਨ ਜਿਸ ਪਾਸ ਤੁਰੰਗਾ। ਉਸ ਪਾਸ ਇੱਕ ਕਾਠੀ ਦੇ ਸਹਿਤ ਘੋੜਾ ਸੀਗਾ, ਜਿਹੜਾ ਕਿ ਤੀਰਗ ਚਾਲ ਚਪਲ ਬਲ ਸੰਗਾ। ਬੜੀ ਸੋਹਣੀ ਚਾਲ ਵਾਲਾ, ਬੜਾ ਚੰਚਲ ਤੇ ਬਲ ਵਾਲਾ, ਤੇਜ਼ ਰਫ਼ਤਾਰ ਨਾਲ ਚੱਲਣ ਵਾਲਾ ਸੀ। ਅਰਪਨ ਕਰਿਓ ਹਾਥ ਜੁਗ ਜੋਰੇ। ਉਹਨੇ, ਇਹ ਸਿੱਖ ਦਾ ਨਾਮ ਹੈ ਭਾਈ ਨਗਾਈਆ ਸਿੱਖ। ਚਮਕੌਰ ਦੀ ਜੰਗ ਦੇ ਵਿੱਚੋਂ ਗੁਰੂ ਸਾਹਿਬ ਜੀ ਪੈਦਲ ਚੱਲੇ ਤੇ ਝਾੜੀਆਂ ਕੰਡਿਆਂ ਰੋੜਾਂ ਨੂੰ ਸੱਚੇ ਪਾਤਸ਼ਾਹ ਲੰਘਦੇ ਹੋਏ ਜਿਸ ਵਕਤ ਪੰਜਾਬੀ ਗੁਲਾਬੇ ਦੇ ਖੂਹ 'ਤੇ ਆਏ, ਉੱਥੇ ਆਰਾਮ ਕੀਤਾ ਟਿੰਡ ਦਾ ਸਰਾਣਾ ਲਾ ਕੇ। ਜੰਡ ਦੇ ਦਰਖਤ ਹੇਠਾਂ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਫਿਰ ਉੱਥੋਂ ਗਣੀ ਤੇ ਨਬੀ ਖਾਨ ਦੇ ਮੋਢਿਆਂ 'ਤੇ ਪਿਆਰੇ ਦਿਆ ਸਿੰਘ, ਧਰਮ ਸਿੰਘ ਤੇ ਭਾਈ ਮਾਨ ਸਿੰਘ, ਇੱਕ ਚੌਰ ਸਾਹਿਬ ਸਿੱਖ ਕਰਦਾ ਭਾਈ ਦਇਆ ਸਿੰਘ ਸਾਹਿਬ। ਇਉਂ ਮਹਾਰਾਜ ਉੱਚ ਦਾ ਪੀਰ ਬਣ ਕੇ ਪਲੰਗਾ ਸਾਹਿਬ ਦੇ ਵਿਰਾਜਮਾਨ ਹੋ ਕੇ ਵਿਚਰੇ। ਤੇ ਭਾਈ ਨਗਾਈਆ ਸਿੱਖ ਜਿੱਥੇ ਗੁਰਦੁਆਰਾ ਆਲਮਗੀਰ ਸਾਹਿਬ ਹੈ, ਉੱਥੇ ਘੋੜਾ ਭੇਟਾ ਹੋਇਆ ਮਹਾਰਾਜ ਸਾਹਿਬ ਨੂੰ। ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਉਹ ਸਿੱਖ ਦਾ ਨਾਮ ਭਾਈ ਨਗਾਈਆ ਹੈ, ਜਿਹੜਾ ਘੋੜਾ ਲੈ ਕੇ ਆਇਆ। ਸ਼੍ਰੀ ਪ੍ਰਭ ਤਬ ਅਰੋਹ ਕਰ ਘੋਰੇ। ਉਹਨੇ ਬੇਨਤੀ ਕੀਤੀ, ਮਹਾਰਾਜ ਆਪ ਪਲੰਗੇ ਸਾਹਿਬ ਤੋਂ ਉਤਰੋ ਤੇ ਘੋੜੇ ਦੇ ਉੱਪਰ ਸਵਾਰ ਹੋਵੋ ਜੀ। ਮਹਾਰਾਜ ਚਮਕੌਰ ਤੋਂ ਬਾਅਦ ਅੱਜ ਘੋੜੇ ਦੇ ਉੱਪਰ ਸਵਾਰ ਹੋਏ ਹਨ। ਦੀਨਾ ਗ੍ਰਾਮ ਨਿਕਟ ਜਬ ਆਇਓ। ਮਾਲਵੇ ਦੇ ਵਿੱਚ ਜਿੱਥੇ ਮੰਡੀ ਗੋਬਿੰਦਗੜ੍ਹ ਹੈ, ਉਹਦੇ ਨਜ਼ਦੀਕ ਇੱਕ ਪਿੰਡ ਹੈ ਦੀਨਾ। ਔਰ ਕਾਂਗੜ ਤੇ ਨਿਕਸ ਬਸਾਇਓ। ਕਾਂਗੜ ਵੀ ਲਾਗੇ ਹੀ ਹੈ, ਦੀਨਾ ਕਾਂਗੜ ਇਕੱਠਾ ਹੀ ਵੱਜਦਾ ਹੈ। ਜਿਵੇਂ ਮੌਲੀ, ਵੈਦਵਾਨ, ਸੁਹਾਣਾ, ਇਹ ਸਭ ਇਕੱਠੇ ਹੀ ਨੇ। ਸੋ ਪਰਿਵਾਰ ਥੋੜ੍ਹੇ ਥੋੜ੍ਹੇ ਵੱਖ ਹੋ ਕੇ ਉਹਨਾਂ ਨੇ ਕਸਬੇ ਵਸਾਏ ਨੇ। ਇੰਝ ਦੀਨਾ ਕਾਂਗੜ ਇਕੱਠਾ ਹੀ ਹੈ। ਕਾਂਗੜ ਦੇ ਵਿੱਚੋਂ ਹੀ ਦੀਨਾ ਨਗਰ ਨਿਕਲਿਆ ਹੈ। ਸ੍ਰੀ ਸਤਿਗੁਰ ਹਰਗੋਬਿੰਦ ਸੰਗ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਮਿਲਿਓ ਜੋਧ ਸਿੱਖ ਭਾਸ ਹਰਬੰਗ। ਕਾਂਗੜਪੁਰ ਦਾ ਰਾਜਾ ਜੋ ਭਾਈ ਯੋਧ ਨਾਮ ਦਾ ਸਿੱਖ, ਇਹ ਗੁਰੂ ਸਾਹਿਬ ਨੂੰ ਮਿਲਿਆ ਸੀ। ਲਲਾ ਬੇਗ ਸੌ ਰਣ ਜਿਸ ਕਾਲ। ਜਿਸ ਵਕਤ ਲਲਾ ਬੇਗ ਦੇ ਨਾਲ ਛੇਵੇਂ ਪਾਤਸ਼ਾਹ ਜੀ ਦਾ ਜੰਗ ਹੋਇਆ, ਇਹਦੀ ਘਰਵਾਲੀ ਬਹੁਤ ਸ਼ਰਧਾਲੂ ਸੀ ਗੁਰੂ ਸਾਹਿਬ ਦੀ, ਤੇ ਉਹਨੇ ਥਾਲੀ ਦੇ ਵਿੱਚ ਮੋਤੀ ਪਾਏ ਸੀਗੇ। ਤੇ ਮੋਤੀ ਜਦ ਥਰਕਣ ਲੱਗ ਪਏ, ਕਹਿੰਦੀ ਕਿ ਮਹਾਰਾਜ ਦੀ ਫੌਜ ਆ ਗਈ ਹੈ, ਤੁਸੀਂ ਤਿਆਰ ਬਰ ਤਿਆਰ ਹੋਵੋ।
ਆਪਦੇ ਘਰ ਵਾਲੇ ਰਾਏ ਜੋਧ ਨੂੰ ਕਹਿ ਕੇ ਉਹਨੇ ਮਹਾਰਾਜ ਨਾਲ ਮਿਲਾਇਆ ਵੀ ਮਹਾਰਾਜ ਦੀ ਸੇਵਾ ਲੱਭਦੀ ਨਹੀਂ, ਜਾਓ ਗੁਰੂ ਸਾਹਿਬ ਦੀ ਮਦਦ ਦੇ ਵਿੱਚ ਫੌਜ ਲੈ ਕੇ ਹਾਜ਼ਰ ਹੋਵੋ। ਤੇ ਇਹਨੇ ਸੂਰਮਿਆਂ ਦੀ ਤਰ੍ਹਾਂ ਲਲਾ ਬੇਗ ਦੀ ਫੌਜ ਦਾ ਮੁਕਾਬਲਾ ਕੀਤਾ। ਤਬੈਲੇ ਚਮੂ ਵਿਸ਼ਾਲ, ਜਿੰਨੀ ਕੋਈ ਇਹਦੀ ਫੌਜ ਸੀ ਇਹਦੇ ਸਹਿਤ ਮਹਾਰਾਜ ਦੇ ਨਾਲ ਲੈ ਕੇ ਲਲਾ ਬੇਗ ਨਾਲ ਲੜਿਆ। ਸ੍ਰੀ ਅਰਜਨ ਸੁਤ ਬਹੁਤ ਰਿਝਾਇਓ, ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦਾ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਾਏ ਯੋਧ ਨੇ ਬਹੁਤ ਭਾਰੀ ਪ੍ਰਸੰਨ ਕੀਤਾ ਸੀ। ਹੀਰਗ ਪਰਾਕਰਮ ਕਰ ਦਿਖਰਾਇਓ, ਬੜਾ ਭਾਰੀ ਬਲ ਕਰਕੇ ਉਹਨੇ ਦਿਖਾਇਆ ਮਹਾਰਾਜ ਨੂੰ। ਦੇਖ ਕੇ ਪੁੱਤਰ ਤੀਨ ਤਹ ਅਹੇ, ਰਾਏ ਯੋਧ ਦੇ 3 ਪੁੱਤਰੇ ਸਨ ਅੱਗੇ। ਔਰ ਕਾਂਗੜ ਤੇ ਦੀਨੇ ਰਹੇ, ਉਹ ਕਾਂਗੜ ਨਗਰ ਅਤੇ ਦੀਨੇ ਨਗਰ ਵਿੱਚ ਰਹਿੰਦੇ ਸਨ। ਇੱਕ ਸ਼ਮੀਰ ਦੁਤੀ ਲਖਮੀਰ, ਇੱਕ ਦਾ ਨਾਮ ਸੀ ਭਾਈ ਸ਼ਮੀਰ ਤੇ ਦੂਜੇ ਦਾ ਨਾਮ ਸੀ ਭਾਈ ਲਖਮੀਰ। ਤਖਤ ਮਲ ਤੀਸਰ ਮਤ ਧੀਰ, ਤੀਜੇ ਦਾ ਨਾਮ ਸੀ ਭਾਈ ਤਖਤ ਮਲ। ਜਿਨ ਕੋ ਹੁਕਮ ਗ੍ਰਾਮ ਗਨ ਮਾਨੈ, ਜਿਨ੍ਹਾਂ ਦਾ ਹੁਕਮ ਬਹੁਤ ਜ਼ਿਆਦੇ ਪਿੰਡਾਂ ਦੇ ਲੋਕ ਮੰਨਦੇ ਸਨ। ਰਾਹਕ ਸਕਲ ਵੱਡੋ ਜਿਸ ਜਾਣੈ, ਸਾਰੇ ਕਿਸਾਨ ਜਿਹਨੂੰ ਵੱਡਾ ਜਾਣਦੇ ਸਨ। ਜ਼ਿਮੀਂਦਾਰਾਂ ਦਾ ਹੀ ਸਰਦਾਰ ਸੀ। ਜਿਨ ਕੇ ਪਾਸ ਏਕ ਨਰ ਗਇਓ, ਤੇ ਉਹਨਾਂ ਦੇ ਕੋਲ ਇੱਕ ਮਨੁੱਖ ਗਿਆ। ਪਹੁੰਚਨ ਗੁਰ ਰੁਖ ਲਖ ਲਿਓ, ਉੱਥੇ ਪਹੁੰਚ ਕੇ ਉਸ ਗੁਰੂ ਜੀ ਪ੍ਰਤੀ ਉਹਨਾਂ ਦਾ ਰੁਖ ਜਾਣ ਲਿਆ। ਇਨ ਸਭ ਹਿਨ ਸਨ ਖਬਰ ਸੁਣਾਈ, ਉਸ ਮਨੁੱਖ ਨੇ ਉਹਨਾਂ ਸਾਰਿਆਂ ਨੂੰ ਖਬਰ ਸੁਣਾਈ ਤੁਰਕਨ ਸਨ ਕੀਨ ਲੜਾਈ, ਕਿ ਜਿਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਤੁਹਾਡਾ ਦਾਦਾ ਰਾਏ ਯੋਧ ਰਿਹਾ ਹੈ, ਉਹਨਾਂ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਨੰਦਪੁਰ ਤੇ ਚਮਕੌਰ ਦੀ ਗੜੀ ਵਿੱਚ ਤੁਰਕਾਂ ਨਾਲ ਬਹੁਤ ਭਾਰੀ ਯੁੱਧ ਮਚਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਇਤ ਆਏ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਧਰ ਆਏ ਹਨ। ਆਪਨ ਗ੍ਰਾਮ ਕੇ ਅਬ ਨਿਹਰਾਏ, ਸਾਡੇ ਪਿੰਡ ਦੇ ਹੁਣ ਬਹੁਤ ਨੇੜੇ ਆ ਗਏ ਨੇ। ਜਾਣੈ ਕੌਣ ਜਾਹੇ ਕਿਸ ਗ੍ਰਾਮੋ, ਕੌਣ ਜਾਣੇ ਕਿ ਕਿਸ ਪਿੰਡ ਅੱਗੇ ਨੂੰ ਜਾਣਗੇ। ਕਿਸ ਰਾਹਕ ਬਰ ਧਾਮੋ, ਔਰ ਕਿਸ ਜ਼ਿਮੀਂਦਾਰ ਦੇ ਸ੍ਰੇਸ਼ਟ ਘਰ ਉਤਰਨਗੇ, ਇਹਦੇ ਬਾਰੇ ਕੁਝ ਪਤਾ ਨਹੀਂ ਹੈ। ਹੈ ਤੁਮ ਕੋ ਅਗਵਾਈ, ਤੁਹਾਨੂੰ ਯੋਗ ਹੈ ਕਿ ਤੁਹਾਡਾ ਦਾਦਾ ਗੁਰੂ ਘਰ ਦਾ ਸ਼ਰਧਾਲੂ ਰਿਹਾ ਹੈ ਤੇ ਤੁਸੀਂ ਵੀ ਗੁਰੂ ਜੀ ਦੇ ਕੋਲ ਜਾ ਕੇ ਆਪਦੀ ਸ਼ਰਧਾ ਜਨਾਓ ਤੇ ਮਹਾਰਾਜ ਨੂੰ ਲੈ ਕੇ ਆਵੋ। ਮਿਲੋ ਜਾਏ ਲੈ ਨਰ ਸਮੁਦਾਈ, ਬਹੁਤ ਸਾਰੇ ਮਨੁੱਖ ਨਾਲ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲੋ। ਇਹ ਉਹ ਸਮਾਂ ਹੈ ਛੇਵੇਂ ਪਾਤਸ਼ਾਹ ਜੀ ਦਾ ਵੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ, ਜਿਨ੍ਹਾਂ ਵੱਲ ਵੇਖ ਕੇ ਆਮ ਲੋਕ ਲੁਕ ਜਾਂਦੇ ਨੇ। ਸਰਕਾਰ ਦੇ ਬਾਗੀਆਂ ਦੀ ਜਿਹੜਾ ਬੰਦਾ ਮਦਦ ਕਰਦਾ ਜਾਂ ਜਿਹੜਾ ਮਿਲਦਾ, ਉਸ ਦਾ ਹਾਲ ਸਰਕਾਰਾਂ ਕੀ ਕਰਦੀਆਂ ਨੇ ਤੁਸੀਂ ਭਲੀ ਭਾਂਤ ਜਾਣਦੇ ਹੋ। ਇਹ ਇਸ ਭਿਆਨਕ ਸਮੇਂ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਨੇ ਹੀ ਇੱਕ ਬਹੁਤ ਵੱਡੀ ਗੱਲ ਸੀਗੀ। ਫਿਰ ਇਹ ਹਨ ਵੀ ਤੁਰਕ ਹਨ, ਤੇ ਇਸ ਵਾਸਤੇ ਇਹ ਜਦ ਉਹਨਾਂ ਨੇ ਮਨੁੱਖ ਨੇ ਖਬਰ ਦਿੱਤੀ ਤੇ ਇਹ ਕਿਵੇਂ ਤਿਆਰ ਹੁੰਦੇ ਨੇ, ਇਹ ਅੱਗੇ ਆ ਪ੍ਰਸੰਗ ਸੁਣੋਗੇ। ਰਾਮਿਆਣੇ ਪਿੰਡ ਇਹਨਾਂ ਹੀ ਦਿਨਾਂ ਦੇ ਵਿੱਚ ਜਦ ਮਹਾਰਾਜ ਹੋਰ ਅੱਗੇ ਜਾਣਗੇ ਤਾਂ ਮਾਝੇ ਦੇ ਪਿੰਡਾਂ ਦੀਆਂ ਪੰਚਾਇਤਾਂ ਮਹਾਰਾਜ ਨੂੰ ਜਵਾਬ ਦੇਣਗੀਆਂ ਕਿ ਆਪ ਸਰਕਾਰ ਦੇ ਬਾਗੀ ਹੋ, ਅਸੀਂ ਆਪ ਦਾ ਸਾਥ ਨਹੀਂ ਦੇ ਸਕਦੇ। ਤੇ ਫਿਰ ਮਹਾਰਾਜ ਤੋਂ ਬੇਮੁਖ ਹੋ ਜਾਣਗੇ, ਬਦਾਵਾ ਲਿਖ ਕੇ ਦੇਣਗੇ ਪਿੰਡਾਂ ਦੀਆਂ ਪੰਚਾਇਤਾਂ। ਤੋ ਇੰਝ ਬੜਾ ਭਿਆਨਕ ਸਮਾਂ ਹੈ, ਦਰਸ਼ਨ ਕਰਨੇ ਆਮ ਬੰਦੇ ਦੇ ਵੱਸ ਦੀ ਬਾਤ ਨਹੀਂ ਹੈ। ਸੁਨਤ ਸ਼ਮੀਰ ਭਰਾਤ ਲਖਮੀਰ, ਭਾਈ ਸ਼ਮੀਰ ਤੇ ਬਹੁਤ ਹੀ ਜ਼ਿਆਦਾ ਸ਼ਰਧਾਲੂ ਹੈ। ਇਹ ਸੁਣ ਕੇ
ਤੇ ਭਾਈ ਲਖਮੀਰ ਦੋਵੇਂ ਧੀਰ ਜਵਾਨ ਭਰਾ। ਪੂਰਨ ਤਿਆਰ ਭਏ ਮਤ ਧੀਰ। ਇਹ ਦੋਨੇ ਭਰਾ ਝਟਪਟ ਤਿਆਰ ਪਰ ਤਿਆਰ ਹੋ ਗਏ, ਮੱਤ ਦੇ ਧੀਰਜ ਵਾਲੇ। ਨਰ ਸਕੇਲ ਕੇ ਤਿਕ ਸੰਗ ਲੀਨੇ। ਕਿੰਨੇ ਕੁ ਮਨੁੱਖ ਇਹਨਾਂ ਨੇ ਨਗਰ ਦੇ ਵਿੱਚੋਂ ਇਕੱਠੇ ਕਰ ਲਏ। ਨਿਕਸ ਅਗਾਊ ਮਗ ਪਗ ਦੀਨੇ। ਤੇ ਅੱਗੋਂ ਅਗਲਵਾਂਡੀ ਨਿਕਲ ਕੇ ਗੁਰੂ ਜੀ ਵਾਲੇ ਰਾਹੇ ਪੈ ਗਏ। ਸਤਿਗੁਰਾਂ ਦਾ ਸਤਿਕਾਰ ਕਰਨ ਲਈ ਜੀਓ ਆਇਆ ਕਹਿਣ ਵਾਸਤੇ। ਹੋਏ ਕੋਸ ਆਗੇ ਚੱਲ ਆਏ। ਕਾਂਗੜ ਤੋਂ ਅੱਗੇ 2 ਕੋ 4 ਮੀਲ ਮਹਾਰਾਜ ਨੂੰ ਲੈਣ ਵਾਸਤੇ ਆਏ। ਨਾਨਾ ਵਸਤ ਉਪਾਇਨ ਲਿਆਏ। ਅਤੇ ਮਹਾਰਾਜ ਜੀ ਦੇ ਵਾਸਤੇ ਅਨੇਕਾਂ ਹੀ ਵਸਤੂਆਂ ਭੇਟਾਵਾਂ ਦੇ ਰੂਪ ਦੇ ਵਿੱਚ ਨਾਲ ਲੈ ਕੇ ਆਏ। ਚੜੇ ਤੁਰੰਗਮ ਆਵਤ ਆਗੇ। ਸਤਿਗੁਰੂ ਜੀ ਮਹਾਰਾਜ ਘੋੜੇ ਤੇ ਚੜੇ ਅੱਗੇ ਨੂੰ ਆ ਰਹੇ ਸਨ। ਪਹਿਰੇ ਨੀਲੰਬਰ ਬਾਗੇ। ਸਾਹਿਬਾਂ ਨੇ ਆਪ ਦੇ ਪਾਵਨ ਸਰੀਰ ਦੇ ਉੱਪਰ ਨੀਲੇ ਬਸਤਰ ਪਹਿਰੇ ਹੋਏ ਸਨ, ਮੁਸਲਮਾਨਾਂ ਵਾਲੇ। ਖਿਆਲ ਕਰਨਾ, ਇਹ ਜਿਹੜਾ ਨੀਲਾ ਕੱਪੜਾ ਇਹ ਮੁਸਲਮਾਨਾਂ ਦਾ ਹੈ। ਮੱਕੇ ਦੇ ਜਿਹੜੇ ਹਾਜੀ ਸਨ, ਹੱਜ ਕਰਨ ਵਾਲੇ, ਉਹ ਨੀਲੇ ਕੱਪੜੇ ਪਾਉਂਦੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਨ ਲਿਆ, ਇਸ ਲਈ ਖਾਲਸੇ ਦਾ ਸਾਡਾ ਬਣ ਗਿਆ। ਮਹਾਰਾਜ ਨੇ ਜਿਹੜਾ ਬਚਨ ਗਿਆ ਹੈ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਪਠਾਣਾ ਵਾਲਾ ਲਿਬਾਸ ਬਣਾ ਲਿਆ, ਉਸ ਤਰ੍ਹਾਂ ਦਾ ਅਮਲ ਬਣਾ ਲਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਜਦ ਮਰਦਾਨੇ ਨੇ ਇੱਛਾ ਕੀਤੀ ਵੀ ਮਹਾਰਾਜ ਮੈਂ ਮੁਸਲਮਾਨ ਹਾਂ, ਵੀ ਇੰਨੀ ਤੁਸੀਂ ਦੁਨੀਆ ਦਿਖਾਈ ਹੈ, ਕਿਤੇ ਮੱਕਾ ਕਾਬੇ ਦੇ ਦਰਸ਼ਨ ਹੀ ਕਰਾ ਦਿਓ। ਕਹਿੰਦੇ ਵੀ ਉੱਥੇ ਤਾਂ ਤੂੰ ਹੀ ਜਾ ਸਕਦਾ, ਮੁਸਲਮਾਨ ਤੋਂ ਬਗੈਰ ਮੈਂ ਤਾਂ ਜਾ ਨਹੀਂ ਸਕਦਾ। ਨਾ ਉਹ ਜਾਣ ਦਿੰਦੇ ਨੇ। ਕਹਿੰਦੇ ਮਹਾਰਾਜ ਤੁਹਾਨੂੰ ਕੌਣ ਰੋਕ ਸਕਦਾ। ਫਿਰ ਗੁਰੂ ਸਾਹਿਬ ਨੇ ਉਹਨਾਂ ਵਰਗਾ ਰੂਪ ਬਣਾ ਲਿਆ ਸੀਗਾ। ਤੇ ਫਿਰ ਵੀ ਜਹਾਜ਼ ਮਹਾਰਾਜ ਨੂੰ ਸੱਤੇ ਪਿਆਂ ਹੀ ਛੱਡ ਕੇ ਉਹ ਚਲੇ ਗਏ। ਜਦ ਉੱਠੇ ਕਹਿੰਦੇ ਲੈ ਮਰਦਾਨਿਆਂ ਵੇਖਿਆ ਹੀ। ਫਿਰ ਉਹ ਜਿਹੜੇ ਕਾਜੀ ਮੁੱਲਾ ਬੜੀ ਈਰਖਾਲੂ, ਵੇਖ ਲਓ ਜਹਾਜ਼ ਲੈ ਕੇ ਚਲੇ ਗਏ ਨੇ, ਹੁਣ ਆਪਾਂ ਕੀ ਕਰੀਏ। ਕਹਿੰਦੇ ਮਹਾਰਾਜ ਮੈਂ ਤੁਹਾਨੂੰ ਜਾਣਦਾ, ਤੁਹਾਨੂੰ ਕੀ ਲੋੜ ਜਹਾਜ਼ਾਂ ਜੂਝਾਂ ਦੀ। ਤੇ ਮਹਾਰਾਜ ਆਪ ਕਿਰਪਾ ਕਰੋ, ਜਿੱਥੇ ਚਾਹੋ ਜਾ ਸਕਦੇ ਹੋ, ਤੁਹਾਨੂੰ ਕੌਣ ਰੋਕਣ ਵਾਲਾ। ਕਹਿੰਦੇ ਚੰਗਾ ਫਿਰ ਇੰਜ ਤੇ ਇੰਜ ਹੀ ਸਹੀ, ਅੱਖਾਂ ਬੰਦ ਕਰ ਤੇ ਰਬਾਬ ਛੇੜ, ਆਪਾਂ ਕੀਰਤਨ ਕਰਦੇ ਆ, ਸਾਨੂੰ ਬਾਣੀ ਪਹੁੰਚਾਊਗੀ। ਜਿੱਥੇ ਬੰਦਾ ਨਹੀਂ ਪਹੁੰਚ ਸਕਦਾ, ਬੰਦੇ ਦੀ ਜਾਤ ਨਹੀਂ ਜਾ ਸਕਦੀ, ਕੋਈ ਤਾਕਤ ਨਹੀਂ, ਉੱਥੇ ਬਾਣੀ ਪਹੁੰਚਾਉਂਦੀ ਹੈ। ਨਹੀਂ ਪੜ੍ਹੀ ਤਾਂ ਪੜ੍ਹ ਕੇ ਵੇਖ ਲਓ। ਸਤਿਗੁਰਾਂ ਨੇ ਕੀਰਤਨ ਆਰੰਭ ਕੀਤਾ। ਜਦੋਂ ਭੋਗ ਪਾਇਆ ਤੇ ਮਰਦਾਨੇ ਦੀਆਂ ਅੱਖਾਂ ਬੰਦ, ਮਹਾਰਾਜ ਨੇ ਮੋਢੇ ਤੋਂ ਲਾਇਆ। ਕਹਿੰਦੇ ਮਰਦਾਨੇ ਭੋਗ ਪੈ ਗਿਆ, ਅੱਖਾਂ ਖੋਲ੍ਹੋ, ਵੇਖ ਕਿੱਥੇ ਆ ਗਏ ਆਪਾਂ। ਕਹਿੰਦੇ ਤਾਂ ਛੱਜੇ ਨੇ ਕਾਬੇ ਦੇ ਜੀ। ਕਹਿੰਦੇ ਜਾ ਫਿਰ ਅੰਦਰ ਜਾ ਕੇ ਦਰਸ਼ਨ ਕਰਿਆ। ਤੋ ਇਸ ਤਰੀਕੇ ਦੇ ਨਾਲ ਇਹ ਮਹਾਰਾਜ ਦੇ ਕੌਤਕ ਸਨ। ਕਲਗੀਧਰ ਮਹਾਰਾਜ ਨੇ ਵੀ ਇਹ ਨੀਲੇ ਬਸਤਰ ਮੁਸਲਮਾਨਾਂ ਦੇ ਪਾਏ। ਫਿਰ ਪਾੜ ਪਾੜ ਕੇ ਅੱਗੇ ਢਲਵੀਂ ਸੁੱਟਣਗੇ, ਉਹ ਨਿਸ਼ਾਨੀ ਪਿਆਰੇ ਦਿਆ ਸਿੰਘ ਜੀ ਰੱਖ ਲੈਣਗੇ। ਉਹ ਫਿਰ ਨਿਹੰਗਾਂ ਸਿੰਘਾਂ ਦੇ ਵਿੱਚ ਸਤਿਕਾਰ ਦੇ ਨਾਲ ਧਾਰਨ ਕੀਤੀ ਜਾਂਦੀ ਹੈ। ਨਿਹੰਗ ਜਿੱਥੇ ਵੀ ਆ ਕੇ ਝੰਡਾ ਗੱਡਦੇ ਨੇ, ਉਹਦਾ ਬਸਤਰ ਨੀਲਾ ਹੀ ਚੜਾਉਂਦੇ ਨੇ, ਚੋਲਾ ਵੀ ਨੀਲਾ ਪਾਉਂਦੇ ਨੇ। ਜਿਨ੍ਹਾਂ ਸ਼ਹੀਦਾਂ ਦੇ ਤੁਸੀਂ ਅਸਥਾਨ 'ਤੇ ਬੈਠੇ ਹੋ, ਤੋ ਉਹ ਨਿਹੰਗ ਸਿੰਘ ਗੁਰਮੁਖ ਪਿਆਰੇ ਜਿਹੜੇ ਤਾਂ ਵੀਰ ਅਸੀਂ ਹੁੰਦੇ ਨੇ, ਉਹ ਕੇਸਰੀ ਰੰਗ ਦੇ ਚੋਲੇ ਪਾਉਂਦੇ ਨੇ। ਗਾੜੇ ਨੀਲੇ ਰੰਗ ਦੇ ਜਿਹੜੇ ਸ਼ਾਂਤਮਈ ਹੁੰਦੇ ਨੇ, ਉਹ ਚਿੱਟੇ ਰੰਗ ਦੇ। ਇਉਂ 4 ਰੰਗ ਖਾਲਸੇ ਦੇ, ਨੀਲਾ, ਕਾਲਾ, ਚਿੱਟਾ ਤੇ ਪੀਲਾ, ਲਾਲ ਰੰਗ ਦੇ, ਹਰਾ ਰੰਗ, ਇਹ ਮਨਾ ਹੈ। ਸੋ ਇੰਜ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕ ਨੇ, ਨੀਲੇ ਬਸਤਰ ਧਾਰਨ ਕੀਤੇ ਹੋਏ ਹਨ। ਪੂਰਨ ਨਿਕਟ ਹੋਏ ਕਰ ਬੰਦੇ। ਭਾਈ ਲਖਮੀਰ ਤੇ ਸ਼ਮੀਰ ਰਾਏ ਜੋਧ ਦੇ ਪੁੱਤਰੇ, ਉਹਨਾਂ ਨੇ ਨੇੜੇ ਹੋ ਕੇ ਸਾਹਿਬਾਂ ਦੇ ਚਰਨਾਂ ਨੂੰ ਪਰਸਿਆ। ਬੰਦੇ ਸੁੰਦਰ ਪਦ ਅਰਬਿੰਦੇ। ਕਮਲਾਂ ਤੋਂ ਵੀ ਸੁੰਦਰ ਚਰਨਾਂ ਦੇ ਉੱਪਰ ਉਹਨੇ ਮੱਥਾ ਟੇਕਿਆ। ਰਹਿਤ ਰਕਾਬ ਸਪਰਸ਼ਨ ਕਰੇ।
ਰਕਾਬ ਦੇ ਸਹਿਤ ਮਹਾਰਾਜ ਦੇ ਚਰਨਾਂ ਨੂੰ ਪਰਸਨਾ ਕੀਤਾ। ਨੰਬਰੀ ਬਨ ਬਨ ਸਿਰ ਨਿਜ ਧਰੇ। ਨੀਵੇਂ ਹੋ ਕੇ ਆਪ ਆਪਣਾ ਸਿਰ ਮਹਾਰਾਜ ਦੇ ਚਰਨਾਂ ਤੇ ਰੱਖਿਆ। ਕੁਸ਼ਲ ਪ੍ਰਸ਼ਨ ਤਿਨ ਪ੍ਰਤ ਗੁਰ ਕਹਿਓ। ਤਿੰਨਾਂ ਦੇ ਪ੍ਰਤੀ ਮਹਾਰਾਜ ਸਾਹਿਬ ਨੇ ਸੁਖ ਆਨੰਦ ਦੇ ਬਚਨ ਕਹੇ ਸੁਣੇ। ਕਿਰਪਾ ਆਪ ਕੀ ਸਭ ਸੁਖ ਲਹਿਓ। ਇਹ ਕਹਿਣ ਲੱਗੇ ਮਹਾਰਾਜ ਆਪ ਦੀ ਕਿਰਪਾ ਦੇ ਨਾਲ ਸਾਰੇ ਸੁਖ ਆਨੰਦ ਹਨ। ਪ੍ਰਭ ਜੀ ਚੱਲੀਐ ਹੈ ਧਾਮ ਹਮਾਰੇ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਸਾਡੇ ਘਰ ਚੱਲੋ ਜੀ। ਰਹੋ ਸ਼ਰਮ ਤਨ ਤੇ ਦੇਹੋ ਟਾਰੇ। ਤੁਸੀਂ ਪਤਾ ਨਹੀਂ ਕਿੱਥੋਂ ਕਿੱਡੀ ਦੂਰ ਤੋਂ ਚੱਲ ਕੇ ਆਏ ਹੋ। ਸਾਡੇ ਘਰ ਵਿਸ਼ਰਾਮ ਕਰੋ, ਸਰੀਰ ਦੀ ਥਕਾਵਟ ਨੂੰ ਦੂਰ ਕਰੋ ਜੀ। ਪਾਵਨ ਕਰੋ ਗ੍ਰਾਮ ਗਨ ਧਾਮੂ। ਸਾਡੇ ਨਗਰ ਦੇ ਘਰਾਂ ਨੂੰ ਪਵਿੱਤਰ ਕਰੋ ਜੀ। ਸਿੱਖ ਕਦੀਮੀ ਹਮ ਪਗ ਸਾਮੂ। ਅਸੀਂ ਆਪਦੇ ਦਾਦਿਆਂ ਤੋਂ ਆਪਦੇ ਸਿੱਖਾਂ ਜੀ, ਮੁੱਢ ਕਦੀਮਾਂ ਦੇ। ਪਿਤਾ ਪਿਤਾਮਾ ਸੇਵਕ ਰਹੇ। ਸਾਡੇ ਪਿਓ ਦਾਦਾ ਗੁਰੂ ਘਰ ਦੇ ਸੇਵਕ ਰਹੇ। ਗੁਰੂ ਪ੍ਰਸੰਨ ਹੋਏ ਦੁਖ ਦਹੇ। ਗੁਰਾਂ ਨੇ ਪ੍ਰਸੰਨ ਹੋ ਕੇ ਸਾਡੇ ਦੁੱਖਾਂ ਨੂੰ ਸਾੜਿਆ। ਸੁਨ ਸਿੱਖਨ ਤੇ ਕਿਰਪਾ ਨਿਧਾਨਾ। ਆਪ ਦੇ ਸਿੱਖਾਂ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ ਕਲਗੀਧਰ ਮਹਾਰਾਜ ਨੇ ਹੇਤ ਸੁਚੇਤੀ ਬਾਕ ਬਖਾਨਾ। ਸੁਚੇਤੀ ਵਾਸਤੇ ਬਚਨ ਕੀਤਾ। ਤੁਰਕਨ ਸੰਗ ਹਮਾਰੋ ਬਾਦਾ। ਕਹਿਣ ਲੱਗੇ ਵੇਖ ਲੋ ਗੁਰਮੁਖੋ, ਆਪਦੇ ਬੋਲ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਵਿਚਾਰੋ। ਤੁਸੀਂ ਬੋਲਿਆ ਕੀ ਹੈ? ਤੁਸੀਂ ਕਿਹਨੂੰ ਇਨਵਾਈਟ ਕਰ ਰਹੇ ਹੋ, ਕਿਹਨੂੰ ਬੁਲਾ ਰਹੇ ਹੋ? ਜਿਹੜਾ ਸਰਕਾਰ ਦਾ ਬਾਗੀ ਹੈ। ਆਪਦੇ ਘਰ ਤੁਸੀਂ ਸਾਨੂੰ ਆਪ ਕਹਿ ਕੇ ਬੁਲਾ ਰਹੇ ਹੋ। ਸਮਝ ਲਓ ਵੀ ਲੜਾਈ ਮੁੱਲ ਲੈ ਰਹੇ ਹੋ। ਆਪਾਂ ਲੜਾਕੂ ਬੰਦੇ ਆ, ਤੁਰਕਾਂ ਦੇ ਨਾਲ ਲੜਦੇ ਆਏ ਆ। ਜੇ ਉਹਨਾਂ ਨੂੰ ਲੱਗ ਗਿਆ ਪਤਾ ਕਿੰਨੇ ਤੁਰਕ ਆਪਾਂ ਵੱਡੇ ਮਾਰੇ ਨੇ, ਫਿਰ ਆਪ ਦਾ ਪੜਿਆ ਵਿਚਾਰ ਲਿਓ। ਫਿਰ ਮੁੜ ਕੇ ਨਾ ਮੈਨੂੰ ਆਖਿਓ ਭਾਈ। ਮਹਾਰਾਜ ਨੇ ਪਰਖ ਕੀਤੀ ਵੀ ਚੰਗੀ ਤਰ੍ਹਾਂ ਵਿਚਾਰ ਲਓ ਭਾਈ, ਤੁਰਕਾਂ ਦੇ ਨਾਲ ਸਾਡਾ ਯੁੱਧ ਹੈ, ਤੇ ਜੇ ਤੁਰਕ ਆ ਗਏ ਤੇ ਆਪਾਂ ਭਲੀ ਨਹੀਂ ਗੁਜ਼ਾਰਨੀ, ਤੇ ਤੁਸੀਂ ਮੈਨੂੰ ਬੁਲਾ ਰਹੇ ਹੋ। ਸ਼ਾਬਾਸ਼, ਰੱਬ ਤੇਰਾ ਭਲਾ ਕਰੇ। ਹਾਂਜੀ। ਤੁਰਕਨ ਸੰਗ ਹਮਾਰੋ ਬਾਦਾ। ਤੁਰਕਾਂ ਦੇ ਨਾਲ ਸਾਡਾ ਝਗੜਾ ਹੈ। ਬੜੇ ਅਧਿਕ ਸੰਗਰਾਮ ਵਿਖਾਦਾ। ਤੇ ਇੱਥੇ ਰਹਿਣ ਨਾਲ ਬੜੇ ਯੁੱਧ ਤੇ ਝਗੜੇ ਖੜੇ ਹੋ ਜਾਣਗੇ। ਉਹ ਹਾਕਮ ਤੁਮ ਹੋ ਤੇ ਨਰਈਅਤ। ਉਹ ਹਾਕਮ ਨੇ ਤੇ ਤੁਸੀਂ ਉਹਨਾਂ ਦੀ ਪਰਜਾ ਹੋ। ਤੇ ਨਿਹੰਗ ਨਹੀਂ ਕਿਸੇ ਵੀ ਕੈਟਾਗਰੀ ਚ ਆਉਂਦੇ। ਉਹਦਾ ਸਿੱਧਾ ਸੰਬੰਧ ਸੈਂਟਰ ਗੌਰਮੈਂਟ ਅਕਾਲ ਪੁਰਖ ਨਾਲ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਨਹੀਂ ਕਿਸੇ ਨੂੰ ਵੀ ਮੰਨਦੀ। ਜਿੰਨੀਆਂ ਸੂਬਾ ਸਰਕਾਰਾਂ ਉਹਦਾ ਸੈਂਟਰ ਨਾਲ ਸੰਬੰਧ ਹੁੰਦਾ। ਇਉਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਾਡਾ ਤਾਂ ਰੱਬ ਰਾਖਾ, ਤੁਸੀਂ ਆਪ ਦਾ ਸੋਚੋ। ਲਰਹੋ ਨਾ ਕੁਛ ਕਰ ਅਧਿਕ ਜਮਈਅਤ। ਤੁਸੀਂ ਪਰਜਾ ਰੂਪ ਹੋ ਤੇ ਕੁਛ ਲੜ ਨਹੀਂ ਸਕਦੇ ਡਰ ਕਰਕੇ। ਕਰੋ ਤਰਾਸ ਨਹਿ ਬਲ ਸੰਭਾਰਹੋ। ਬਹੁਤੀ ਸੈਨਾ ਲਾ ਕੇ ਕੁਝ ਲੜ ਨਹੀਂ ਸਕਦੇ। ਡਰ ਧਾਰਨ ਕਰੋਗੇ ਤੇ ਆਪਣੀ ਸ਼ਕਤੀ ਨਹੀਂ ਸੰਭਾਲੋਗੇ। ਕਿਮ ਹਮਕੋ ਨਿਜ ਸਦਨ ਉਤਾਰਹੋ। ਤੁਸੀਂ ਸਾਡਾ ਕਿਵੇਂ ਆਪਣੇ ਘਰ ਵਿੱਚ ਉਤਾਰਾ ਕਰਵਾ ਰਹੇ ਹੋ, ਮੈਨੂੰ ਸਮਝ ਨਹੀਂ ਆਉਂਦੀ। ਇਉਂ ਮਹਾਰਾਜ ਨੇ ਪਰਖ ਕੀਤੀ। ਜਿਵੇਂ ਉਹ ਅੱਗੇ ਬੇਨਤੀ ਕਰਨਗੇ ਬਹਾਦਰੀ ਦੇ ਸਹਿਤ, ਉਹ ਪ੍ਰਸੰਗ ਆਪ ਕੱਲ ਨੂੰ ਸਰਵਣ ਕਰਿਓ ਜੀ। ਭੁੱਲ ਚੁੱਕ ਮਾਫ ਕਰੋ, ਅੱਗੇ ਦੋ ਸਮਤ ਬਖਸ਼ੋ ਜੀ। ਕਰੋ ਤਰਾਸ ਨਹਿ ਬਲ ਸੰਭਾਰਹੋ। ਕਿਮ ਹਮ ਕੋ ਨਿਜ ਸਦਨ ਉਤਾਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।